ਤੇ ਉਧਰ ਪੰਜਾਬ ਦੇ ਵਿੱਚ ਆਕਸੀਜਨ ਦੀ ਕਮੀ ਨੇ ਟੈਨਸ਼ਨ ਵਧਾ ਦਿੱਤੀ ਹੈ। ਆਕਸੀਜਨ ਕੰਟਰੋਲ ਰੂਮ ਦਾ ਵੱਡਾ ਦਾਅਵਾ ਹੈ ਕਿ ਪੰਜਾਬ ਦੇ ਵਿੱਚ ਆਕਸੀਜਨ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਮੌਜੂਦਾ ਸਮੇਂ 300 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਹੈ। ਕੰਟਰੋਲ ਰੂਮ ਦਾ ਇਹ ਕਹਿਣਾ ਹੈ ਕਿ ਕੇਂਦਰ ਨੂੰ ਜਲਦ ਹੋਰ ਵਾਧੂ ਆਕਸੀਜਨ ਭੇਜਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਲਗਾਤਾਰ ਆਕਸੀਜਨ ਦੀ ਘਾਟ ਮਹਿਸੂਸ ਹੋ ਰਹੀ ਹੈ। ਕੰਟਰੋਲ ਰੂਮ ਦਾ ਦਾਅਵਾ ਹੈ ਕਿ ਪੰਜਾਬ ਦੇ ਵਿੱਚ 300 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ। ਮੰਗ ਤੇਜ਼ੀ ਦੇ ਨਾਲ ਵਧ ਰਹੀ ਹੈ। ਪੰਜਾਬ ਦੇ ਵਿੱਚ ਆਕਸੀਜਨ ਦੀ ਮੰਗ ਤੇਜ਼ੀ ਦੇ ਨਾਲ ਵਧ ਰਹੀ ਹੈ ਤੇ ਕੇਂਦਰ ਨੂੰ ਜਲਦ ਹੋਰ ਵਾਧੂ ਆਕਸੀਜਨ ਭੇਜਣ ਦੇ ਲਈ ਅਪੀਲ ਕੀਤੀ ਗਈ ਹੈ। जो कंट्रोल रूम में आज काम कर रही है उसके कारण से इवन वर्किंग विद वेरी थिन मार्जिन्स वी आर एबल टू अवॉइड एनी अनटूवर्ड इंसिडेंट। नहीं तो जिस तरीके के हालात हैं उसमें यदि थोड़ा सा भी कुछ गलत बात होता है, फॉर एग्जांपल कोई टैंकर ब्रेकडाउन होता है, कुछ होता है, तो उसमें हॉस्पिटल्स कैन रन ड्राई। आज यदि मैं पूछूं अपने यदि आज की स्थिति में देखूं तो रोजाना काफी सारे SOS कॉल्स अलग अलग हॉस्पिटल से आते हैं एंड थैंकफुली टिल नाउ because of our efficient operations and dedicated work by the teams in the district led by the deputy commissioners, we are able to cater to that demand. हमारा जो ऑक्सीजन का डिमांड है या नीड है या जो कंजम्पशन है वो लगातार बढ़ता जा रहा है क्योंकि पेशेंट लोड जो ऑक्सीजन पे जो पेशेंट्स हैं उनका नंबर लगातार बढ़ता जा रहा है। फॉर एग्जाम्पल 21 अप्रैल को करीब 3000 पेशेंट ऑक्सीजन पे थे और 7 मई को उसका नंबर बढ़ के 10,151 हो गया। So there is a more than threefold increase in the number of patients. ਤੇ ਉਧਰ ਕੋਰੋਨਾ ਸੰਕਟ 'ਚ ਸੁਪਰੀਮ ਐਕਸ਼ਨ ਨਜ਼ਰ ਆ ਰਿਹਾ ਹੈ। ਸੁਪਰੀਮ ਕੋਰਟ ਨੇ ਨੈਸ਼ਨਲ ਟਾਸਕ ਫੋਰਸ ਬਣਾਈ ਹੈ। ਦਵਾਈਆਂ ਤੇ ਆਕਸੀਜਨ ਦੀ ਸਪਲਾਈ ਦਾ ਮੈਕੈਨਿਜ਼ਮ ਇਸ ਦੇ ਵੱਲੋਂ ਤਿਆਰ ਹੋਵੇਗਾ ਤੇ ਸੂਬਿਆਂ ਦੇ ਵਿੱਚ ਵੰਡਣ ਦੇ ਲਈ 12 ਮੈਂਬਰੀ ਟਾਸਕ ਫੋਰਸ ਦਾ ਗਠਨ ਹੋਇਆ ਹੈ। ਆਕਸੀਜਨ ਦੀ ਸਪਲਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ। ਨੈਸ਼ਨਲ ਟਾਸਕ ਫੋਰਸ ਬਣਾਈ ਹੈ ਤੇ ਦਵਾਈਆਂ ਤੇ ਆਕਸੀਜਨ ਦੀ ਵੰਡ ਨੂੰ ਲੈ ਕੇ ਮੈਕੈਨਿਜ਼ਮ ਤਿਆਰ ਕੀਤਾ ਜਾਵੇਗਾ। ਸੂਬਿਆਂ ਦੇ ਵਿੱਚ ਵੰਡਣ ਦੇ ਵਿੱਚ ਜਿਹੜੀ ਸਮੱਸਿਆ ਆ ਰਹੀ ਸੀ, ਲਗਾਤਾਰ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਸੀ ਕਿ ਕਿਹੜੇ-ਕਿਹੜੇ ਸੂਬਿਆਂ ਨੂੰ ਕਿੰਨੀ ਮਾਤਰਾ ਦੇ ਵਿੱਚ ਆਕਸੀਜਨ ਦਿੱਤੀ ਜਾ ਰਹੀ ਹੈ। ਵੱਖ-ਵੱਖ ਸੂਬਿਆਂ ਦੇ ਇਲਜ਼ਾਮ ਵੀ ਸਨ ਕਿ ਉਹਨਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਤਾਂ ਉਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਨੈਸ਼ਨਲ ਟਾਸਕ ਫੋਰਸ ਬਣਾਈ ਗਈ ਹੈ ਤੇ ਨੈਸ਼ਨਲ ਟਾਸਕ ਫੋਰਸ ਦਵਾਈਆਂ ਤੇ ਆਕਸੀਜਨ ਦੀ ਸਪਲਾਈ ਦੇ ਲਈ ਮੈਕੈਨਿਜ਼ਮ ਤਿਆਰ ਕਰੇਗੀ ਤੇ ਸੂਬਿਆਂ ਦੇ ਵਿੱਚ ਆਕਸੀਜਨ ਸਪਲਾਈ ਨੂੰ ਲੈ ਕੇ ਤੇ ਦਵਾਈਆਂ ਨੂੰ ਲੈ ਕੇ ਇਹ ਇੱਕ ਮੈਕੈਨਿਜ਼ਮ ਤਿਆਰ ਕਰੇਗੀ ਜਿਸ ਦੇ ਤਹਿਤ ਸਪਲਾਈ ਹੋਵੇਗੀ। ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਹੰਗਾਮਾ ਵੇਖਣ ਨੂੰ ਮਿਲਿਆ। ਮਰੀਜ਼ਾਂ ਦੇ ਪਰਿਵਾਰਾਂ ਨੇ ਹੰਗਾਮਾ ਕੀਤਾ। ਕੋਰੋਨਾ ਵਾਰਡ 'ਚ ਹੋ ਰਹੀਆਂ ਮੌਤਾਂ ਤੋਂ ਲੋਕ ਭੜਕ ਉੱਠੇ ਨੇ। ਹਸਪਤਾਲ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਹਸਪਤਾਲ 'ਚ ਹਾਲਾਤ ਖਰਾਬ ਨੇ ਤੇ ਲੋਕ ਲਗਾਤਾਰ ਮਰ ਰਹੇ ਨੇ। ਇਹ ਲੋਕਾਂ ਦਾ ਇਲਜ਼ਾਮ ਹੈ ਕਿ ਹਸਪਤਾਲ 'ਚ ਪੀਣ ਦਾ ਪਾਣੀ ਤੱਕ ਨਹੀਂ ਮਿਲ ਰਿਹਾ। ਖਾਣੇ ਦੇ ਸਮਾਨ ਤੋਂ ਵੀ ਲੋਕ ਵਾਂਝੇ ਰਹਿ ਰਹੇ ਨੇ। ਪਰਿਵਾਰਾਂ ਦੇ ਇਲਜ਼ਾਮ ਨੇ। ਹਸਪਤਾਲ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ। ਪਿਛਲੇ ਕੁਝ ਦਿਨਾਂ ਤੋਂ ਰਜਿੰਦਰਾ ਹਸਪਤਾਲ ਦੇ ਉੱਤੇ ਲਗਾਤਾਰ ਪਰਿਵਾਰਾਂ ਦੇ ਵੱਲੋਂ ਮਰੀਜ਼ਾਂ ਦੇ ਪਰਿਵਾਰਾਂ ਦੇ ਵੱਲੋਂ ਇਲਜ਼ਾਮ ਲੱਗ ਰਹੇ ਨੇ ਤੇ ਹੁਣ ਫੇਰ ਇੱਕ ਵਾਰ ਹੰਗਾਮਾ ਦੇਖਣ ਨੂੰ ਮਿਲਿਆ। ਕੋਰੋਨਾ ਵਾਰਡ 'ਚ ਹੋ ਰਹੀਆਂ ਮੌਤਾਂ ਤੋਂ ਲੋਕ ਭੜਕੇ ਨੇ ਤੇ ਹਸਪਤਾਲ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ। ਕਿਹਾ ਹੈ ਕਿ ਹਸਪਤਾਲ ਦੇ ਖਰਾਬ ਹਾਲਾਤ ਨੇ ਤੇ ਲੋਕ ਲਗਾਤਾਰ ਮਰ ਰਹੇ ਨੇ ਤੇ ਹਸਪਤਾਲ 'ਚ ਪੀਣ ਤੱਕ ਦਾ ਪਾਣੀ ਨਹੀਂ ਮਿਲ ਰਿਹਾ। ਖਾਣੇ ਦੇ ਸਮਾਨ ਤੋਂ ਵੀ ਲੋਕ ਵਾਂਝੇ ਰਹਿ ਰਹੇ ਨੇ। ਬੜੇ ਗੰਭੀਰ ਇਲਜ਼ਾਮ ਹਸਪਤਾਲ ਦੇ ਉੱਤੇ ਲੱਗ ਰਹੇ ਨੇ। जो मेरे डैडी बाहर कर दो प्लीज। ये खबर सारी इंडिया तक जानी चाहिए भी रजिंदरा हस्पताल च मेरे डैडी जंगिस्ट बंदे नूं मार तक कुछ भी नहीं सी। अंकल उन्हां नूं थोड़े वांगू जंग सी मेरे डैडी, थोड़े वांगू जंग नहीं क्योंकि ਇਹਨਾਂ ਦਾ ਨਾ ਤਾਂ ਆਪਾਂ ਨੂੰ ਮਰੀਜ਼ਾਂ ਦਾ ਮਿਲਣ ਨੂੰ ਦੇ ਰਹੇ ਨੇ। ਜਿਹੜੇ ਉਹਨਾਂ ਕੋਲ ਫੋਨ ਜਾਂਦੇ ਨੇ ਆਪਣੀ ਦਾ ਉਹਨਾਂ ਦਾ ਕੋਈ ਗੱਲਬਾਤ ਵੀ ਨਹੀਂ ਹੋ ਰਹੀ ਕਿਉਂਕਿ ਆਪਣੇ ਫੋਨ ਤੇ ਗੱਲ ਹੁੰਦੀ ਆ। ਹੁਣ ਆਪਾਂ ਨੂੰ ਫੋਨ ਤੇ ਕੀ ਪਤਾ ਕਿ ਅੰਦਰ ਮਰੀਜ਼ ਦਾ ਕੀ ਹਾਲਾਤ ਹੋ ਰਹੇ ਨੇ।
ਤਾਂ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਤੇ ਲਗਾਤਾਰ ਇਲਜ਼ਾਮ ਲੱਗ ਰਹੇ ਨੇ। ਇੱਕ ਵਾਰ ਫੇਰ ਹੰਗਾਮਾ ਦੇਖਣ ਨੂੰ ਮਿਲਿਆ। ਮਰੀਜ਼ਾਂ ਦੇ ਪਰਿਵਾਰਾਂ ਦੇ ਤੁਸੀਂ ਇਲਜ਼ਾਮ ਸੁਣੇ। ਉਹਨਾਂ ਦਾ ਕਹਿਣਾ ਹੈ ਕਿ ਪੀਣ ਤੱਕ ਦਾ ਪਾਣੀ ਹਸਪਤਾਲ ਦੇ ਵਿੱਚ ਨਹੀਂ ਮਿਲ ਰਿਹਾ, ਖਾਣੇ ਤੋਂ ਵੀ ਲੋਕ ਵਾਂਝੇ ਰਹਿ ਰਹੇ ਨੇ ਤੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਹੋ ਰਹੀ। ਹਸਪਤਾਲ ਦੇ ਖਰਾਬ ਹਾਲਾਤ ਨੇ ਜਿਸ ਦੇ ਵਿਚਾਲੇ ਲੋਕ ਲਗਾਤਾਰ ਮਰ ਰਹੇ ਨੇ। ਪਹਿਲਾਂ ਵੀ ਇਸ ਕਿਸਮ ਦੇ ਇਲਜ਼ਾਮ ਲਗਾਤਾਰ ਲੱਗ ਰਹੇ ਨੇ ਹਸਪਤਾਲ ਦੇ ਵਿੱਚ। ਇੱਕ ਵਾਰ ਫੇਰ ਹੁਣ ਹੰਗਾਮਾ ਦੇਖਣ ਨੂੰ ਮਿਲਿਆ। ਮਰੀਜ਼ਾਂ ਦੇ ਪਰਿਵਾਰਾਂ ਦੇ ਵੱਲੋਂ ਹਸਪਤਾਲ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਕਿਹਾ ਕਿ ਹਸਪਤਾਲ ਦੇ ਖਰਾਬ ਹਾਲਾਤ ਨੇ ਜਿਸ ਦੇ ਚੱਲਦੇ ਲੋਕ ਲਗਾਤਾਰ ਮਰ ਰਹੇ ਨੇ। ਤਾਂ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਲਈ ਪਟਿਆਲਾ ਤੋਂ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜੇ ਨੇ। ਮਨੋਜ, ਕੀ ਹੈ ਪੂਰਾ ਮਾਮਲਾ? ਪਿਛਲੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਪਹਿਲਾਂ ਵੀ ਇਹ ਮਾਮਲਾ ਉੱਠਿਆ ਸੀ, ਪਹਿਲਾਂ ਵੀ ਪਰਿਵਾਰ ਵਾਲਿਆਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਸੀ, ਹੁਣ ਇੱਕ ਵਾਰ ਫੇਰ ਹਸਪਤਾਲ ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਅਰਸ਼, ਬਿਲਕੁਲ ਲਗਾਤਾਰ ਸਵਾਲ ਉੱਠ ਰਹੇ ਨੇ। 2 ਦਿਨ ਪਹਿਲਾਂ ਹੀ ਜਿਹੜੇ ਮੰਤਰੀ ਨੇ, ਕੈਬਨਿਟ ਮੰਤਰੀ ਓਪੀ ਸੋਨੀ, ਉਹਨਾਂ ਨੇ ਭਰੋਸਾ ਦਿੱਤਾ ਸੀਗਾ ਕਿ ਤੁਸੀਂ ਸਾਨੂੰ ਸਹਿਯੋਗ ਦਿਓ ਲੋਕਾਂ ਨੂੰ, ਤੇ ਅਸੀਂ ਵੀ ਲੋਕਾਂ ਦੀ ਸਿਹਤ ਵਾਸਤੇ ਕੰਮ ਕਰਾਂਗੇ ਕਿਉਂਕਿ ਜਿਹੜੀ ਕਰੋਨਾ ਦੀ ਲਹਿਰ ਹੈ ਬਹੁਤ ਜ਼ਿਆਦਾ ਭਿਆਨਕ ਹੋ ਚੁੱਕੀ ਹੈ। ਪਰ ਜੇ ਕੱਲ ਦੀ ਗੱਲ ਕਰੀਏ ਤਾਂ ਕੱਲ ਫੇਰ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਹੰਗਾਮਾ ਕੀਤਾ ਰਜਿੰਦਰਾ ਹਸਪੀਟਲ ਦੇ ਕਰੋਨਾ ਸੈਂਟਰ ਦੇ ਬਾਹਰ। ਉਹਨਾਂ ਨੇ ਉਹੀ ਦੋਸ਼ ਲਾਇਆ ਕਿ ਮਰੀਜ਼ਾਂ ਦੇ ਬਾਰੇ ਸਾਨੂੰ ਸਹੀ ਸਮੇਂ ਤੇ ਪਤਾ ਨਹੀਂ ਲੱਗਦਾ, ਉਹਨਾਂ ਨੂੰ ਖਾਣ ਪੀਣ ਦਾ ਜਿਹੜਾ ਸਮਾਨ ਹੈ ਜਿਹੜਾ ਅਸੀਂ ਵੀ ਭੇਜਦੇ ਹਾਂ ਉਹ ਸਮੇਂ ਤੇ ਨਹੀਂ ਮਿਲਦਾ, ਨਾ ਸਾਡੀ ਕੋਈ ਗੱਲ ਕਰਾਈ ਜਾਂਦੀ ਹੈ, ਨਾ ਉਹਨਾਂ ਨਾਲ ਮੋਬਾਈਲ ਤੇ ਗੱਲ ਹੁੰਦੀ ਹੈ, ਤੇ ਬਸ ਇਹੀ ਮੈਸੇਜ ਆ ਜਾਂਦਾ ਹੈ ਕਿ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਜੀ, ਮਰੀਜ਼ਾਂ ਨੇ ਸਾਫ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਜੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲਦੀ, ਅਸੀਂ ਬਾਹਰ ਬੈਠੇ ਰਹਿੰਦੇ ਹਾਂ ਤੇ ਇਸ ਕਰਕੇ ਸਾਡਾ ਜਿਹੜਾ ਇਹ ਗੁੱਸਾ ਹੈਗਾ ਇਸੇ ਕਰਕੇ ਫੁੱਟਦਾ ਰਹੂਗਾ ਕਿ ਸਾਡੇ ਜਿਹੜੇ ਮਰੀਜ਼ ਨੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ। ਸੋ ਕੁੱਲ ਮਿਲਾ ਕੇ ਅਰਸ਼, ਜਿਹੜੇ ਡਾਕਟਰ ਨੇ ਬੇਸ਼ੱਕ ਲੋਕਾਂ ਦੀ ਸਿਹਤ ਬਚਾਉਣ ਦੇ ਵਾਸਤੇ ਲੱਗੇ ਹੋਏ ਨੇ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲਗਾਤਾਰ ਕੈਬਨਿਟ ਮੰਤਰੀ ਦੇ ਭਰੋਸੇ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਦਾ ਹੋਣਾ, ਲੋਕਾਂ ਦਾ ਰੋਹ ਫੁੱਟਣਾ ਆਪ ਦੇ ਆਪ 'ਚ ਇਸ ਪ੍ਰਬੰਧ ਦੇ ਉੱਪਰ ਵੀ ਸਵਾਲ ਖੜੇ ਕਰ ਰਿਹਾ। ਮਨੋਜ, ਲਗਾਤਾਰ ਹਸਪਤਾਲ ਦੇ ਵੱਲੋਂ ਪਹਿਲਾਂ ਵੀ ਇਹ ਗੱਲ ਆਖੀ ਗਈ ਸੀ ਕਿ ਇੱਥੇ ਜ਼ਿਆਦਾਤਰ ਮਰੀਜ਼ ਲੇਟ ਪਹੁੰਚਦੇ ਨੇ, ਕਿ ਜਦੋਂ ਜ਼ਿਆਦਾ ਗੰਭੀਰ ਹਾਲਾਤ ਹੋ ਜਾਂਦੇ ਨੇ ਉਸ ਤੋਂ ਬਾਅਦ ਪਹੁੰਚਦੇ ਨੇ ਤੇ ਇਸ ਕਰਕੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਕੀ ਪ੍ਰਸ਼ਾਸਨ ਦੇ ਨਾਲ ਹੁਣ ਦੁਬਾਰਾ ਕੋਈ ਗੱਲਬਾਤ ਹੋ ਪਾਈ ਹੈ? ਕਿਉਂਕਿ ਵਾਰ-ਵਾਰ ਇਸ ਕਿਸਮ ਦਾ ਗੁੱਸਾ ਫੁੱਟਣਾ ਤੇ ਇਸ ਕਿਸਮ ਦੇ ਗੰਭੀਰ ਇਲਜ਼ਾਮ ਵਾਰ-ਵਾਰ ਹਸਪਤਾਲ ਤੇ ਲੱਗ ਰਹੇ ਨੇ। ਅਰਸ਼, ਮੈਂ ਦੱਸ ਦਿਆਂ ਕਿ ਜਿਹੜੀ ਜਾਣਕਾਰੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਮੀਡੀਆ ਨੂੰ ਦਿੱਤੀ ਜਾਂਦੀ, ਜਾਂ ਸਿਰਫ ਇਸ ਤਰ੍ਹਾਂ ਦਾ ਹੁੰਦਾ ਕਿ ਇੱਕ ਬਣੀ ਬਣਾਈ ਜਿਹੜੀ ਕਲਿੱਪ ਹੈ ਉਹ ਦਿੱਤੀ ਜਾਂਦੀ ਹੈ, ਜਾਂ ਇਸ ਤਰ੍ਹਾਂ ਕੀਤਾ ਜਾਂਦਾ ਕਿ ਜਿਹੜੇ ਅੰਦਰ ਮਰੀਜ਼ ਬੈਠੇ ਨੇ 4-5 ਦੀ ਵੀਡੀਓ ਸ਼ੇਅਰ ਕਰ ਦਿੱਤੀ ਜਾਂਦੀ ਹੈ। ਅਜਿਹੀਆਂ ਖਬਰਾਂ ਮੀਡੀਆ 'ਚ ਆਉਣ ਤੋਂ ਬਾਅਦ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਇਹ ਵੀ ਸਵਾਲ ਖੜੇ ਕਰਦੇ ਇਸ ਤਮਾਮ ਜਾਣਕਾਰੀ ਦੇ ਲਈ। ਤਾਂ ਹਸਪਤਾਲ ਦੇ ਉੱਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ। ਲਗਾਤਾਰ ਰਜਿੰਦਰਾ ਹਸਪਤਾਲ ਪਟਿਆਲਾ ਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਲੱਗ ਰਹੇ ਨੇ। ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਹੰਗਾਮਾ ਦੇਖਣ ਨੂੰ ਮਿਲ ਰਿਹਾ। ਇੱਕ ਵਾਰ ਫੇਰ ਮਰੀਜ਼ਾਂ ਦੇ ਪਰਿਵਾਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਕਿਹਾ ਗਿਆ ਕਿ ਹਸਪਤਾਲ ਦੇ ਵਿੱਚ ਦੇਖਭਾਲ ਚੰਗੀ ਤਰ੍ਹਾਂ ਨਹੀਂ ਹੋ ਰਹੀ ਤੇ ਮਰੀਜ਼ਾਂ ਦੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ। ਉਹਨਾਂ ਦਾ ਕਹਿਣਾ ਹੈ ਕਿ ਅੰਦੋਲਨ ਕਮਜ਼ੋਰ ਕਰਨ ਦੀ ਹਰਗਿਜ਼ ਕੋਸ਼ਿਸ਼ ਨਹੀਂ ਕਰ ਰਹੇ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਜ਼ਿੰਦਗੀਆਂ ਇਸ ਵੇਲੇ ਦਾਅ ਤੇ ਲੱਗੀਆਂ ਨੇ। ਉਧਰ ਸੁਖਬੀਰ ਬਾਦਲ ਦੀ ਸੀਐਮ ਕੈਪਟਨ ਨੂੰ ਅਪੀਲ ਹੈ ਕਿ ਇਸ ਸੰਕਟ 'ਚ ਸਭ ਤੋਂ ਵੱਧ ਕਿਸਾਨ ਹੀ ਪ੍ਰਭਾਵਿਤ ਨੇ। ਚੇਤਾਵਨੀ ਨਹੀਂ ਸਗੋਂ ਕਿਸਾਨਾਂ ਤੱਕ ਪਹੁੰਚ ਕਰਨ ਦੀ ਲੋੜ ਹੈ। ਤਾਂ ਕਿਸਾਨਾਂ ਦੇ ਮਾਮਲੇ ਦੇ ਉੱਤੇ, ਕਿਸਾਨਾਂ ਦੇ ਪ੍ਰਦਰਸ਼ਨ ਦੇ ਉੱਤੇ ਹੁਣ ਸਿਆਸਤ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪਾਸੇ ਕਿਹਾ ਹੈ ਕਿ ਅੰਦੋਲਨ ਕਮਜ਼ੋਰ ਕਰਨ ਦੀ ਹਰਗਿਜ਼ ਕੋਸ਼ਿਸ਼ ਨਹੀਂ ਕਰ ਰਹੇ, ਲੋਕਾਂ ਦੀਆਂ ਜ਼ਿੰਦਗੀਆਂ ਇਸ ਵੇਲੇ ਦਾਅ ਤੇ ਲੱਗੀਆਂ ਨੇ। ਦੂਸਰੇ ਪਾਸੇ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਸੰਕਟ 'ਚ ਸਭ ਤੋਂ ਵੱਧ ਕਿਸਾਨ ਹੀ ਪ੍ਰਭਾਵਿਤ ਨੇ। ਚੇਤਾਵਨੀ ਨਾ ਦਿਓ ਸਗੋਂ ਕਿਸਾਨਾਂ ਤੱਕ ਪਹੁੰਚ ਕਰਨ ਦੀ ਇਸ ਵੇਲੇ ਜ਼ਰੂਰਤ ਹੈ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਹ ਸਾਰੀਆਂ ਗੱਲਾਂ ਆਖੀਆਂ ਨੇ। ਮੁੱਖ ਮੰਤਰੀ ਦਾ ਟਵੀਟ ਆਇਆ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਮੈਂ ਤੇ ਮੇਰੀ ਸਰਕਾਰ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਹਾਂ, ਪਰ ਹੁਣ ਜ਼ਿੰਦਗੀਆਂ ਦਾਅ ਤੇ ਲੱਗੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਕਿਸੇ ਨੂੰ ਕੋਵਿਡ ਹਦਾਇਤਾਂ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤੇ ਉਧਰ ਸੁਖਬੀਰ ਬਾਦਲ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਨਿਮਰਤਾ ਸਹਿਤ ਬੇਨਤੀ ਹੈ ਕਿ ਕੋਵਿਡ ਜੰਗ 'ਚ ਕਿਸਾਨਾਂ ਦਾ ਭਰੋਸਾ ਜਿੱਤਣ ਦੀ ਲੋੜ ਹੈ, ਨਾ ਕਿ ਚੇਤਾਵਨੀ ਭਰੇ ਬਿਆਨ ਜਾਰੀ ਕਰਨ ਦੀ। ਸੰਕਟ 'ਚ ਸਭ ਤੋਂ ਵੱਧ ਕਿਸਾਨ ਪ੍ਰਭਾਵਿਤ ਨੇ। ਕਿਰਪਾ ਕਰਕੇ ਉਹਨਾਂ ਤੱਕ ਪਹੁੰਚ ਕਰੋ। ਇਹ ਬਹੁਤ ਔਖਾ ਸਮਾਂ ਹੈ, ਅਸੀਂ ਸਭ ਨੇ ਮਿਲ ਕੇ ਲੜਨਾ ਹੈ। ਸੁਖਬੀਰ ਬਾਦਲ ਨੇ ਟਵੀਟ ਕਰਕੇ ਸੀਐਮ ਕੈਪਟਨ ਨੂੰ ਇਹ ਅਪੀਲ ਕੀਤੀ ਹੈ ਕਿ ਕਿਸਾਨ ਸਭ ਤੋਂ ਜ਼ਿਆਦਾ ਇਸ ਸੰਕਟ 'ਚ ਪ੍ਰਭਾਵਿਤ ਨੇ। ਚੇਤਾਵਨੀ ਭਰੇ ਬਿਆਨ ਨਾ ਜਾਰੀ ਕੀਤੇ ਜਾਣ, ਸਗੋਂ ਉਹਨਾਂ ਤੱਕ ਪਹੁੰਚ ਕੀਤੀ ਜਾਵੇ। ਔਖੀ ਘੜੀ ਹੈ, ਸਭ ਨੇ ਮਿਲ ਕੇ ਹੀ ਲੜਨਾ ਹੈ।